सत श्री अकाल जी। पेपर 1 सैक्शन बी का अपना अगला टॉपिक है महाकाव। महाकाव जिहड़ा शब्द है ये दो शब्दों के जोड़ तो बनया महा ते काव। जिहड़ा महा शब्द भी असीं कह देने ये भी असीं कहीए तां महान तो बनया होया। जिवें छोटी जी गल करते हैं आपां, असीं अक्सर किसी ने पुछना तुहाडा नाम की है, पर असीं इहनूं नाम तो ना बना लिया। नन्हे कन्ना बिंदी, जिहड़ा अखर मम्मा जां धुनी म ਉਹ ਬਿੰਦੀ ਦਾ ਰੂਪ ਲੈ ਗਈ, ਉਹ ਸਿਰਫ ਨਾਸਿਕਤਾ ਦਾ ਰੂਪ ਲੈ ਗਈ, ਛੋਟਾ ਕਰਤਾ। ਇਸੇ ਤਰੀਕੇ ਦੇ ਨਾਲ ਮਹਾਨ ਤੋਂ ਹੀ ਮਹਾ ਬਣ ਗਿਆ, ਛੋਟਾ ਬਣਾ ਲਿਆ ਅਸੀਂ ਉਹਨੂੰ। ਇਹਨੂੰ ਅਸੀਂ ਧੁਨੀ ਪਰਿਵਰਤਨ ਵੀ ਕਹਿ ਦਿੰਦੇ ਹਾਂ, ਧੁਨੀ ਸੰਗੋਲ ਵੀ ਕਹਿ ਦਿੰਦੇ ਹਾਂ। ਇਹ ਲਿੰਗੁਇਸਟਿਕਸ ਦਾ ਪੁਆਇੰਟ ਵੀ ਵਿੱਚ ਇੱਥੇ ਵਰਤ ਸਕਦੇ ਹੋ ਤੁਸੀਂ। ਸਾਡੀ ਅਕਸਰ ਇਹ ਕੋਸ਼ਿਸ਼ ਰਹਿੰਦੀ ਹੈ ਅਸੀਂ ਕਦੇ ਵੀ ਚੀਜ਼ਾਂ ਨੂੰ ਵੱਖ-ਵੱਖ ਨਹੀਂ ਰੱਖ ਕੇ ਚੱਲਦੇ। ਪੰਜਾਬੀ ਲਿਟਰੇਚਰ ਦੇ ਵਿੱਚ ਅਸੀਂ ਪਹਿਲੇ ਪੇਪਰ ਨੂੰ ਦੂਜੇ 'ਚ ਵਰਤਦੇ ਹਾਂ, ਦੂਜੇ ਨੂੰ ਪਹਿਲੇ 'ਚ ਵਰਤਦੇ ਹਾਂ, ਲਿੰਗੁਇਸਟਿਕਸ ਨੂੰ ਲਿਆ ਕੇ ਲਿਟਰੇਚਰ ਦੇ ਵਿੱਚ ਵਰਤਦੇ ਹਾਂ, ਲਿਟਰੇਚਰ 'ਚ ਉਦਾਹਰਨਾਂ ਲੈ ਕੇ ਲਿੰਗੁਇਸਟਿਕਸ ਦੇ ਵਿੱਚ ਵਰਤਦੇ ਹਾਂ ਅਸੀਂ। ਸੋ ਉਹਦੇ ਨਾਲ ਕੀ ਹੈ ਕਿ ਸਾਨੂੰ ਚੀਜ਼ਾਂ ਨੂੰ ਯਾਦ ਰੱਖਣਾ ਬੜਾ ਸੌਖਾ ਹੁੰਦਾ। ਯਾਦ ਰੱਖਣੀਆਂ ਨਹੀਂ ਪੈਂਦੀਆਂ, ਆਪਣੇ ਆਪ ਯਾਦ ਰਹਿੰਦੀਆਂ ਜਦੋਂ ਇੰਟਰਲਿੰਕਿੰਗ ਹੋ ਜਾਂਦੀ ਹੈ। ਜੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਾਂ ਇੱਥੇ ਕਿ 10 ਸ਼ਬਦ ਨੇ ਤੁਸੀਂ ਯਾਦ ਰੱਖਣੇ ਆ। ਕਿਹੜੇ-ਕਿਹੜੇ ਸ਼ਬਦ? ਵੱਟੀਆਂ ਜਾਂ ਕੰਕਰ, पानी, कां, बाग, उडारी, प्यास, कुछ इदां दे शब्द याद रह जाएंगे। जे मैं तुहानूं एक स्टोरी सुना दियां, कहानी सुना दियां प्यासा कां दी, तो सारे याद रह जाएंगे। रट्टे लाउण दी लोड़ नहीं है। वो वक्री गल है कि बचपन दे विच रट्टे लाउणे पैंदे सी, बचपन दे विच पता ही नहीं किन्नियां नूं कुੱਟ पवाई है, प्यासा ही कां ने पर इहदी प्यास ना बुझी। सो कहानी है जिहड़ी जदों असीं कहानी दे रूप च चीज़ां नूं लै आउणे आ तां वो सौखा हो जांदा, वो साडे मन ਦੇ ਵਿੱਚ ਵਸ ਜਾਂਦੀਆਂ ਨੇ। ਸਾਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ, ਸਾਨੂੰ ਆਪਣੇ ਆਪ ਯਾਦ ਰਹਿੰਦੀਆਂ ਨੇ। ਤੇ ਸਾਡੀ ਕੋਸ਼ਿਸ਼ ਲਿਟਰੇਚਰ ਦੇ ਵਿੱਚ ਇਹੀ ਰਹਿੰਦੀ ਹੈ ਕਿ ਇਹਨੂੰ ਤੁਸੀਂ ਇੰਜੋਏ ਕਰੋ। ਤਾਂ ਵਾਪਸ ਆਉਣੇ ਆ ਆਪਾਂ ਟੌਪਿਕ ਤੇ, ਮਹਾਕਾਵ। ਮਹਾ ਦਾ ਮਤਲਬ ਅਸੀਂ ਅਕਸਰ ਲੈ ਲੈਂਦੇ ਹਾਂ ਬਹੁਤ ਵੱਡਾ, ਪਰ ਇੱਥੇ ਮਹਾ ਦਾ ਅਰਥ ਹੈ ਜਿਹੜਾ ਬਹੁਤ ਵੱਡਾ ਨਹੀਂ ਹੈ, ਇੱਥੇ ਪ੍ਰਭਾਵਕਾਰੀ ਹੈ ਇਹਦਾ ਅਰਥ। ਕਿ ਉਹ ਕਵਿਤਾ ਜਿਹੜੀ ਪ੍ਰਭਾਵਕਾਰੀ ਹੋਵੇ, ਜਿਹਦਾ ਇੱਕ ਵੱਖਰਾ ਪ੍ਰਭਾਵ ਪਵੇ। ਹੁਣ ਪ੍ਰਭਾਵ ਕਿਹੜੀ ਕਵਿਤਾ ਦਾ ਪੈ ਸਕਦਾ, ਤੁਸੀਂ ਆਪਣੇ ਆਪ ਦਾ ਜਵਾਬ ਦਿਓਗੇ। ਮਹਾਕਾਵ ਜਿਹੜਾ ਵਿਸ਼ਾ ਨਾ, ਜਦੋਂ ਅਸੀਂ ਕਵਿਤਾ ਤੇ ਵੀ ਗੱਲ ਕਰ ਲੈਂਦੇ ਹਾਂ, ਜਦੋਂ ਅਸੀਂ ਨਾਵਲ ਦੀ ਗੱਲ ਕਰ ਲੈਂਦੇ ਹਾਂ, ਅਸੀਂ ਨਾਟਕ ਕਹਾਣੀ ਦੀ ਗੱਲ ਕਰ ਲੈਂਦੇ ਹਾਂ, ਸਾਨੂੰ ਉਹ ਫਿਰ ਵੀ ਸ਼ਬਦ ਨੇ ਜਿਹੜੇ ਜਾਣੇ ਪਹਿਚਾਣੇ ਲੱਗਦੇ ਆ। ਪਰ ਮਹਾਕਾਵ ਇੱਕ ਐਸਾ ਸ਼ਬਦ ਹੈ ਜਿਹੜਾ ਸਾਨੂੰ ਓਪਰਾ ਜਿਹਾ ਲੱਗਦਾ, ਨਵਾਂ ਲੱਗਦਾ। ਜਿਵੇਂ ਅਸੀਂ ਗੱਲ ਪ੍ਰਗੀਤ ਦੀ ਕਰਦੇ ਹਾਂ ਤਾਂ ਸਾਨੂੰ ਥੋੜਾ ਨਵਾਂ ਜਿਹਾ ਸ਼ਬਦ ਲੱਗਦਾ ਪ੍ਰਗੀਤ ਵੀ। ਪਰ ਅਸੀਂ ਇਹ ਜ਼ਰੂਰ ਸੁਣਿਆ ਹੁੰਦਾ ਹੈ ਕਿ ਜਿਵੇਂ ਮਹਾਭਾਰਤ ਹੈ ਮਹਾਕਾਵ ਹੈ, ਰਾਮਾਇਣ ਮਹਾਕਾਵ ਹੈ, ਇੱਦਾਂ ਸਾਡੇ ਕੋਲ ਹੋਰ ਵੀ ਮਹਾਕਾਵ ਮਿਲ ਜਾਂਦੇ ਆ। ਹੁਣ ਗੱਲ ਸਾਡੀ ਇੱਥੇ ਆਉਂਦੀ ਹੈ ਕਿ ਕਿਹੜਾ ਕਾਵ ਮਹਾਨ ਹੋਏਗਾ, ਕਿਹੜੇ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ। ਕੀ ਉਸ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ ਜਿਹੜੀ ਯਥਾਰਥ ਤੋਂ ਦੂਰ ਬੈਠੀ ਹੋਈ ਹੈ, ਜਿਹੜੀ ਕਿ ਨਕਲੀ ਤਰ੍ਹਾਂ ਦੀ ਜ਼ਿੰਦਗੀ ਦੀ ਗੱਲ ਕਰਦੀ ਹੈ, ਜਾਂ ਜਿਹੜੀ ਉਸ ਜ਼ਿੰਦਗੀ ਦੀ ਗੱਲ ਕਰਦੀ ਹੈ ਜਿਹੜੀ ਸਾਨੂੰ ਬੜੀ ਆਪਣੀ ਲੱਗਦੀ ਹੈ, ਬੜੀ ਯਥਾਰਥਕ ਲੱਗਦੀ ਹੈ, ਵਾਸਤਵਿਕਤਾ ਦੇ ਅਸਲੀਅਤ ਦੇ ਨੇੜੇ ਲੱਗਦੀ ਹੈ। ਕਿਹੜੀ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ? ਸਪਸ਼ਟ ਹੈ ਕਿ ਜਿਹੜੀ ਯਥਾਰਥ ਦੇ, ਜਿਹੜੀ ਵਾਸਤਵਿਕਤਾ ਦੇ, ਜਿਹੜੀ ਅਸਲੀਅਤ ਦੇ, ਜਿਹੜੀ ਰਿਐਲਿਟੀ ਦੇ, ਜਿਹੜੀ ਸਾਡੀ ਰੋਜ਼ਮਰਾ ਦੇ ਜੀਵਨ ਦੇ ਨੇੜੇ ਹੁੰਦੀ ਹੈ। ਇੱਕ ਕਾਰਨ ਹੈ, ਇੱਕ ਥੋੜਾ ਜਿਹਾ ਆਪਾਂ ਇਹ ਤੋਂ ਵੱਖ ਹੋ ਕੇ ਸਮਝਦੇ ਹਾਂ ਕਿ ਕਈ ਸਾਰੀਆਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਕਿ ਟਿਕਟ ਖਿੜਕੀ ਤੇ ਤਾਂ ਬੜੀਆਂ ਕਾਮਯਾਬ ਹੋ ਜਾਂਦੀਆਂ, ਪਰ ਜਦੋਂ ਕਦੇ ਇਨਾਮਾਂ ਦੀ ਗੱਲ ਆਉਂਦੀ ਹੈ, ਨੈਸ਼ਨਲ ਲੈਵਲ ਦੇ ਜਿਹੜੇ ਅਵਾਰਡਸ ਹੁੰਦੇ ਆ, ਉਹਦੇ ਵਿੱਚ ਕਦੇ ਵੀ ਨਹੀਂ ਹੁੰਦੀਆਂ। ਤੇ ਦੂਸਰੀ ਤਰ੍ਹਾਂ ਵੀ ਹੁੰਦਾ, ਬੜੀਆਂ ਸਾਰੀਆਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਕਿ ਅਵਾਰਡ ਵਿਨਿੰਗ ਹੁੰਦੀਆਂ, ਪਰ ਟਿਕਟ ਵਿੰਡੋ ਤੇ ਉਹ ਸਫਲ ਹੁੰਦੀਆਂ ਨੇ। ਆਪਾਂ ਉਦਾਹਰਨ ਲੈ ਲੈਣੇ, ਇੱਕ ਪੰਜਾਬੀ ਦੇ ਵਿੱਚ ਹੀ ਇੱਕ ਮੂਵੀ ਬਣੀ ਸੀ ਅੰਨੇ ਘੋੜੇ ਦਾ ਦਾਨ। ਗੁਰਦਿਆਲ ਸਿੰਘ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਨਾਵਲਕਾਰ ਨੇ, ਔਰ ਇੱਕੋ ਇੱਕ ਨਾਵਲਕਾਰ ਨੇ ਜਿਨ੍ਹਾਂ ਨੂੰ ਗਿਆਨਪੀਠ ਮਿਲਿਆ। ਪੰਜਾਬੀ ਦੇ ਵਿੱਚ 2 ਸਾਹਿਤਕਾਰ ਨੇ, ਅੰਮ੍ਰਿਤਾ ਪ੍ਰੀਤਮ ਔਰ ਗੁਰਦਿਆਲ ਸਿੰਘ, ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ। ਤੇ ਗਿਆਨਪੀਠ ਅਵਾਰਡ ਦੀ ਕੀ ਮਹਾਨਤਾ ਉਹ ਤੁਹਾਨੂੰ ਸਭ ਨੂੰ ਪਤਾ ਹੈ, ਬੀਇੰਗ ਏ UPSC ਐਸਪੀਰੈਂਟ। ਹੁਣ ਉਹਨਾਂ ਦੀ ਜਿਹੜੀ ਇੱਕ ਨਾਵਲ ਤੇ ਮੂਵੀ ਬਣਾਈ ਸੀ 2012-13 ਦੇ ਵਿੱਚ, ਅੰਨੇ ਘੋੜੇ ਦਾ ਦਾਨ, ਤੇ ਬਹੁਤ ਸਾਰੇ ਉਹਨਾਂ ਨੂੰ ਰਾਸ਼ਟਰੀ ਪੱਧਰ ਦੇ ਅਵਾਰਡ ਮਿਲੇ ਉਸ ਮੂਵੀ ਨੂੰ, ਪਰ ਸਿਨੇਮਾ ਦੇ ਵਿੱਚ ਉਹ ਮੂਵੀ ਚੱਲ ਹੀ ਨਹੀਂ ਸਕੀ। ਕਾਰਨ ਕੀ ਹੈ ਉਹਦਾ? ਕਿ ਉਹ ਫਿਲਮ ਹੈਗੀ ਹੈ ਕਿ ਸਾਡੇ ਉਹਨਾਂ ਲੋਕਾਂ ਤੇ ਜਿਹੜੇ ਵਿਚਾਰੇ ਸਵੇਰੇ ਉੱਠਦੇ ਆ, ਦਿਹਾੜੀ ਕਰਦੇ ਆ, ਸ਼ਾਮ ਨੂੰ ਲਿਆ ਕੇ ਉਹੀ ਕਮਾਈ ਹੋਈ ਰੋਟੀ ਖਾ ਲੈਂਦੇ, ਤੇ ਸਵੇਰੇ ਉੱਠਦੇ ਆ, ਫਿਰ ਦਿਹਾੜੀ ਕਰਨ ਜਾਂਦੇ ਆ, ਫਿਰ ਸ਼ਾਮ ਨੂੰ ਆ ਕੇ ਖਾ ਲੈਂਦੇ ਆ। ਉਹਨਾਂ ਦੀ ਜ਼ਿੰਦਗੀ ਉੱਥੋਂ ਤੱਕ ਸੀਮਿਤ ਹੈ। ਉਹਨਾਂ ਦੇ ਅੰਦਰ ਜਿਉਂਦੇ ਹੋਣ ਦਾ ਅਹਿਸਾਸ ਵੀ ਨਹੀਂ ਪੈਦਾ ਹੁੰਦਾ। ਉਹ ਜ਼ਿੰਦਗੀ ਦੇ ਨਾਲ ਸਹਿਣ ਵਾਲੀ ਸ਼ਕਤੀ ਦੇ ਨਾਲ ਤੁਰੇ ਜਾਂਦੇ ਆ ਬਸ।
ਜ਼ਿੰਦਗੀ ਦੇ ਨਾਲ ਟੱਕਰ ਲੈਣਾ, ਜ਼ਿੰਦਗੀ ਦੇ ਨਾਲ ਲੜਨਾ, ਉਹਦੇ ਵਿੱਚ ਨਾਇਕ ਬਣ ਕੇ ਉੱਭਰਨਾ ਉਹਨਾਂ ਦੀ ਜ਼ਿੰਦਗੀ ਚੋਂ ਨਹੀਂ ਆਉਂਦਾ। ਉਹ ਸਿਰਫ ਜ਼ਿੰਦਗੀ ਨੂੰ ਹੰਡਾਉਂਦੇ ਹੈ। ਹੁਣ ਕਿਉਂਕਿ ਬੀਇੰਗ ਏ ਮਿਡਲ ਕਲਾਸ ਸਾਨੂੰ ਉਸ ਜ਼ਿੰਦਗੀ ਦਾ ਕੋਈ ਤਜਰਬਾ ਨਹੀਂ ਹੁੰਦਾ। ਅਸੀਂ ਥੀਏਟਰ ਦੇ ਵਿੱਚ ਉਹਨਾਂ ਫਿਲਮਾਂ ਨੂੰ ਵੇਖਣਾ ਪਸੰਦ ਕਰਦੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਦੀ ਗੱਲ ਕਰਦੀਆਂ। ਕਿਉਂ? ਕਿਉਂਕਿ ਸਾਡੇ ਲਈ ਉਹੀ ਵਾਸਤਵਿਕਤਾ ਹੈ। ਇਸ ਕਰਕੇ ਅਸੀਂ ਉਦਾਂ ਦੀਆਂ ਫਿਲਮਾਂ ਨੂੰ ਵੇਖਣਾ ਪਸੰਦ ਕਰਦੇ ਹਾਂ ਜਿਹੜੀ ਕਿ ਮੱਧ ਵਰਗੀ ਜੀਵਨ ਦੀ ਗੱਲ ਕਰਦੀਆਂ। ਤੇ ਮੱਧ ਵਰਗੀ ਜੀਵਨ ਬੜੇ ਰੋਮਾਂਸ ਦੇ ਵਿੱਚ ਜਿਉਂਦਾ ਹੈ। ਮੱਧ ਵਰਗੀ ਜੀਵਨ ਕਿਸੇ ਜਾਦੂ, ਕਿਸੇ ਤਿਲਿਸਮ ਦੇ, ਕਿਸੇ ਚਮਤਕਾਰ ਹੋਣ ਦੀ ਉਮੀਦ ਦੇ ਵਿੱਚ ਜਿਉਂਦਾ ਹੈ। ਉਹ ਹੀਰੋ ਹੋਣ ਦੀ ਆਸ ਦੇ ਵਿੱਚ ਜਿਉਂਦਾ ਹੈ। ਉਹ ਸਨੀ ਦਿਓਲ ਬਣਨ ਦੀ ਆਸ 'ਚ ਜਿਉਂਦਾ ਹੈ। ਇਸੇ ਕਰਕੇ ਸਾਨੂੰ ਉਹ ਜਿਹੜੀਆਂ ਚੀਜ਼ਾਂ ਨੇ ਪਸੰਦ ਤਾਂ ਆਉਂਦੀਆਂ, ਪਰ ਉਹ ਵਾਸਤਵਿਕਤਾ ਦੇ ਨੇੜੇ ਨਹੀਂ ਹੁੰਦੀਆਂ। ਪਰ ਦੂਜੇ ਪਾਸੇ ਉਹ ਵਾਸਤਵਿਕਤਾ ਦੇ ਨੇੜੇ ਸੀ ਫਿਲਮ ਜਿਹੜੀ ਸੀ ਅੰਨੇ ਘੋੜੇ ਦਾ ਦਾਨ। ਤਾਂ ਭਾਵ ਕੀ ਹੈ ਕਿ ਜਿਹੜੀ ਕਹਾਣੀ ਕੋਈ ਸਾਡੀ ਵਾਸਤਵਿਕਤਾ ਦੇ ਨੇੜੇ ਹੋਏਗੀ ਸਾਨੂੰ ਉਹ ਪਸੰਦ ਹੁੰਦੀ ਹੈ। ਤਾਂ ਮਹਾਂਕਾਵ ਦੇ ਵਿੱਚ ਇਹੀ ਹੈ ਕਿ ਇਹ ਜਿਹੜੀ ਇੱਕ ਵਾਸਤਵਿਕ ਜੀਵਨ ਦੀ ਗੱਲ ਕਰਦੇ ਹੋਏ ਕਵਿਤਾ ਹੁੰਦੀ ਹੈ। ਤੇ ਫਿਰ ਸਾਨੂੰ ਜਿਵੇਂ ਹੁਣੇ ਅਸੀਂ ਗੱਲ ਕੀਤੀ, ਕਿੱਦਾਂ ਦੀ ਕਵਿਤਾ ਪਸੰਦ ਹੋਏਗੀ? ਜਿਹਦੇ ਵਿੱਚ ਕੋਈ ਸੂਰਮ ਗਤੀ ਦੇ ਨਾਲ ਲੜਿਆ ਹੋਵੇ, ਜਿਹਦੇ ਵਿੱਚ ਕੋਈ ਦਲੇਰੀ ਨਾਲ ਲੜਿਆ ਹੋਵੇ। ਤਾਂ ਇਹਦੇ ਵਿੱਚ ਉਹੀ ਗੱਲ ਹੁੰਦੀ ਹੈ। ਹੁਣ ਦੂਸਰਾ ਪੱਖ ਕੀ ਹੈ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਥੋੜਾ ਜਿਹਾ ਹਟ ਕੇ ਹੀਰ ਵਾਰਿਸ ਦੀ। ਹੀਰ ਵਾਰਿਸ ਦੇ ਵਿੱਚ ਵਾਰਿਸ ਸ਼ਾਹ ਨੇ ਇਕੱਲੇ ਹੀਰ ਤੇ ਰਾਂਝੇ ਦੇ ਪ੍ਰੇਮ ਨੂੰ ਨਹੀਂ ਦਰਸਾਇਆ, ਉਹਨੂੰ ਇੱਕ ਵਾਤਾਵਰਣ ਦੇ ਵਿੱਚ ਰੱਖਿਆ ਹੋਇਆ। ਕਿਹੜਾ ਵਾਤਾਵਰਣ? ਉਸ ਵੇਲੇ ਦਾ ਸਮਾਜਿਕ ਵਾਤਾਵਰਣ, ਜਿੱਥੇ ਉਹਨੇ ਉਸ ਵੇਲੇ ਦੀ ਰਾਜਨੀਤੀ, ਉਸ ਵੇਲੇ ਦਾ ਧਰਮ, ਉਸ ਵੇਲੇ ਦੀ ਆਰਥਿਕਤਾ, ਉਸ ਵੇਲੇ ਦੀ ਸਮਾਜਿਕਤਾ, ਉਸ ਵੇਲੇ ਦਾ ਜਾਤ ਪਾਤ, ਭੇਖ ਪਖੰਡ, ਉਹਨੂੰ ਸਭ ਨੂੰ ਲਿਆ ਕੇ ਪੇਸ਼ ਕੀਤਾ ਹੋਇਆ। ਇਸੇ ਕਰਕੇ ਹੀ ਵਾਰਿਸ ਦੀ ਹੀਰ ਹੈ ਜਿਹੜੀ ਉਹ ਜ਼ਿਆਦਾ ਪ੍ਰਸਿੱਧ ਹੋ ਗਈ ਹੈ। ਹੀਰ ਰਾਂਝਾ ਦੀ ਬਜਾਏ ਅੱਜ ਪ੍ਰਸਿੱਧ ਕੀ ਹੋ ਗਿਆ? ਹੀਰ ਵਾਰਿਸ ਰਾਂਝਾ ਵਿਚਾਰਾ ਮੱਝਾਂ ਚਾਰਦਾ ਹੀ ਰਹਿ ਗਿਆ। ਸੋ ਸੌਰੀ, ਪੁਆਇੰਟ ਕੀ ਆ ਜਾਂਦਾ ਕਿ ਕੋਈ ਰਚਨਾ ਤਾਂ ਮਹਾਨ ਬਣਦੀ ਹੈ ਜਦੋਂ ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦੇ ਵਿੱਚ ਰੱਖ ਕੇ ਸ਼ਿੰਗਾਰੀ ਜਾਂਦੀ ਹੈ। ਇਹੀ ਵਿਸ਼ੇਸ਼ਤਾ ਜਿਹੜੀ ਉਹ ਮਹਾਂਕਾਵ ਦੇ ਵਿੱਚ ਹੈਗੀ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਮਹਾਂਕਾਵ ਦੇ ਵਿੱਚ ਜਦੋਂ ਅਸੀਂ ਕਿਸੇ ਯੋਧੇ ਦੀ ਜਾਂ ਕਿਸੇ, ਚਾਹੇ ਧਰਮ ਦਾ ਯੋਧਾ ਹੀ ਹੋਵੇ, ਚਾਹੇ ਕੋਈ ਭਗਤੀ ਦੇ ਰਾਹ ਤੇ ਚੱਲਿਆ ਹੋਵੇ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਣੇ ਵਾਤਾਵਰਣ ਦੇ ਵਿੱਚੋਂ ਆਈਸੋਲੇਟ ਕਰਕੇ ਨਹੀਂ ਦਰਸਾਉਂਦੇ, ਬਾਕੀ ਦਾ ਸਾਰਾ ਆਲਾ ਦੁਆਲਾ ਵੀ ਉਹਦੇ ਵਿੱਚ ਦਰਸਾਉਣੇ ਆ। ਇਹ ਆਪਣੇ ਆਪ 'ਚ ਉਸ ਮਹਾਂਕਾਵ ਦੀ ਖੂਬਸੂਰਤੀ ਬਣ ਕੇ ਆਉਂਦਾ ਹੈ। ਕਿਉਂਕਿ ਜਿਵੇਂ ਸਾਡੀ ਜ਼ਿੰਦਗੀ ਵੀ ਲੁਪਤ ਹੁੰਦੀ ਹੈ ਸਾਡੇ ਆਲੇ ਦੁਆਲੇ ਦੇ ਨਾਲ, ਉਸੇ ਤਰੀਕੇ ਨਾਲ ਅਸੀਂ ਇਹਨੂੰ ਪੇਸ਼ ਕਰਦੇ ਹਾਂ, ਤਾਂ ਹੀ ਇਹ ਮਹਾਨ ਕਾਵਿ ਬਣਦਾ ਹੈ। ਹੁਣ ਅਗਲਾ ਪੁਆਇੰਟ ਇਹਦੇ ਵਿੱਚੋਂ ਇਹ ਨਿਕਲ ਜਾਂਦਾ ਕਿ ਜਦੋਂ ਅਸੀਂ ਉਹਦਾ ਵਾਤਾਵਰਣ ਵੀ ਦਿਖਾਉਣਾ ਤਾਂ ਫਿਰ ਇਹਦਾ ਮਤਲਬ ਇਹ ਕਾਵਿ ਆਪਣੇ ਆਪ ਹੀ ਲੰਬਾ ਵੀ ਹੋ ਜਾਂਦਾ। ਜਿਵੇਂ ਹੀਰ ਵਾਰਿਸ ਤਾਂ ਬਹੁਤ ਲੰਬੀ ਹੈ, ਉਸੇ ਤਰੀਕੇ ਨਾਲ ਇਦਾਂ ਦਾ ਕਾਵਿ ਹੈ ਉਹ ਵੀ ਇੱਕ ਲੰਬਾਈ ਲੈ ਲੈਂਦਾ। ਤਾਂ ਇਹਦੇ 'ਚ ਸਾਡੇ ਕੁਝ ਅਸੂਲ ਵੀ ਨੇ ਕਿ ਘੱਟੋ ਘੱਟ 8 ਚੈਪਟਰਸ, 8 ਅਧਿਆਏ ਇਹਦੇ ਵਿੱਚ ਹੋਣੇ ਚਾਹੀਦੇ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਖੂਬੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਕ ਫਲੋ ਚਾਰਟ ਦੇ ਰੂਪ ਦੇ ਵਿੱਚ ਵੀ ਦਰਸਾ ਸਕਦੇ ਹਾਂ। ਤੇ ਉੱਥੇ ਜਿਹੜੇ ਦੀਆਂ ਖੂਬੀਆਂ ਨੇ ਉਹਨਾਂ ਤੇ ਸਾਨੂੰ ਕੋਈ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ। ਇਹਦੇ ਨਾਮ ਦੇ ਵਿੱਚੋਂ ਹੀ ਸਭ ਕੁਝ ਡਰਾਈਵ ਹੁੰਦਾ ਹੈ, ਸਭ ਕੁਝ ਨਿਕਲ ਕੇ ਆਉਂਦਾ ਕਿ ਕਿਹੜੀਆਂ ਖੂਬੀਆਂ ਇੱਕ ਮਹਾਂਕਾਵਿ ਦੇ ਵਿੱਚ ਹੋ ਸਕਦੀਆਂ ਨੇ। ਸੋ ਸਾਡੇ ਸਿਲੇਬਸ ਦੇ ਵਿੱਚ ਕੁਝ ਕਵੀ ਵੀ ਹੈਗੇ ਨੇ। ਅਸੀਂ ਉਹਨਾਂ ਦੇ ਜਿਹੜੇ ਮਹਾਂਕਾਵਿ ਹੈਗੇ ਨੇ, ਭਾਈ ਵੀਰ ਸਿੰਘ ਨੇ, ਪ੍ਰੋਫੈਸਰ ਮੋਹਨ ਸਿੰਘ ਹੈਗੇ ਨੇ ਔਰ ਆਜ਼ਾਦ ਜੀ ਨੇ, ਇਹਨਾਂ ਦੇ ਜਿਹੜੇ ਮਹਾਂਕਾਵਿ ਨੇ ਅਸੀਂ ਉਹਨਾਂ ਦੇ ਬਾਰੇ ਪੜ੍ਹਨਾ ਹੁੰਦਾ। ਸੋ ਇਹ ਆਪਣੇ ਆਪ 'ਚ ਬਹੁਤ ਦਿਲਚਸਪ ਵਿਸ਼ਾ ਹੈਗਾ। ਸੋ ਬਹੁਤ ਬਹੁਤ ਧੰਨਵਾਦ। ਆਲ ਦੀ ਵੈਰੀ ਬੈਸਟ।